बहुत साल पहला उचाई ते वसे एक शहर विच एक हैप्पी प्रिंस दी मूरत सी। मूरत सिर तो पैर तक सोने नाल लदी हुई सी ते ओदी तलवार दे मुੱਠ उत्ते एक वड्डा जिहा लाल रंग दा रूबी सजाया गया सी। राजकुमार दी अखां वाली थां ते दो चमकदार हरे रंग दे पन्ने इस्तेमाल कीते गए सन। हैप्पी प्रिंस दी मूरत शहर विच हर किसी ने वेखी सी ਅਤੇ ਇਹ ਹਰ ਇੱਕ ਨੂੰ ਆਸ਼ਾ ਤੇ ਖੁਸ਼ੀ ਵੰਡਣ ਦੇ ਲਈ ਜਾਣੀ ਜਾਂਦੀ ਸੀ। ਇੱਕ ਰਾਤ ਇੱਕ ਛੋਟੀ ਸਵਾਲੋ ਸ਼ਹਿਰ ਵਿੱਚ ਆਈ। ਉਸ ਦੇ ਦੋਸਤ ਠੰਡ ਤੋਂ ਬਚਣ ਦੇ ਲਈ ਦੁਨੀਆ ਦੇ ਗਰਮ ਇਲਾਕੇ ਵਿੱਚ ਉੱਡ ਗਏ ਸਨ ਅਤੇ ਉਹ ਪਿੱਛੇ ਰਹਿ ਗਈ ਸੀ। ਉਸਨੇ ਇਹ ਮੂਰਤ ਵੇਖੀ ਜੋ ਇੱਕ ਵੱਡੇ ਜਿਹੇ ਥੰਬੇ ਤੇ ਆਰਾਮ ਨਾਲ ਖੜੀ ਸੀ। ਮੈਨੂੰ ਇੱਥੇ ਰਾਤ ਗੁਜ਼ਾਰਨ ਦਿਓ, ਕੱਲ ਮੈਂ ਚਲੀ ਜਾਵਾਂਗੀ। ਸਵਾਲੋ ਹੈਪੀ ਪ੍ਰਿੰਸ ਦੇ ਦੋਨਾਂ ਪੈਰਾਂ ਦੇ ਵਿੱਚ ਹੀ ਉਤਰੀ ਸੀ। ਅੱਜ ਰਾਤ ਮੈਂ ਸੋਨੇ ਦੇ ਬਿਸਤਰ ਤੇ ਸੌਣ ਵਾਲੀ ਹਾਂ। ਜਦ ਉਹ ਸੌਣ ਦੀ ਤਿਆਰੀ ਕਰ ਰਹੀ ਸੀ ਅਤੇ ਪਰਾਂ ਦੇ ਥੱਲੇ ਸਿਰ ਨੂੰ ਲੁਕਾਉਣ ਹੀ ਵਾਲੀ ਸੀ ਕਿ ਉਸਦੇ ਸਿਰ ਤੇ ਪਾਣੀ ਦੀ ਇੱਕ ਬੂੰਦ ਗਿਰੀ। ਉਸਨੇ ਉੱਤੇ ਵੇਖਿਆ ਪਰ ਅਸਮਾਨ ਤਾਂ ਸਾਫ਼ ਸੀ ਤੇ ਕੋਈ ਬਾਰਿਸ਼ ਵੀ ਨਹੀਂ ਹੋ ਰਹੀ ਸੀ। ਉਸੇ ਵੇਲੇ ਪਾਣੀ ਦੀ ਇੱਕ ਬੂੰਦ ਉਹਦੀ ਚੁੰਝ ਤੇ ਗਿਰੀ ਤੇ ਉਸ ਦੇ ਬਾਅਦ ਇੱਕ ਹੋਰ ਬੂੰਦ। ਇਹ ਜਾਣਨ ਦੇ ਲਈ ਕਿ ਹੋ ਕੀ ਰਿਹਾ, ਸਵਾਲੋ ਮੂਰਤੀ ਦੇ ਸਿਰ ਤੇ ਜਾ ਬੈਠੀ। ਉਸਨੇ ਵੇਖਿਆ ਕਿ ਪਾਣੀ ਦੀਆਂ ਬੂੰਦਾਂ ਰਾਜਕੁਮਾਰ ਦੀਆਂ ਅੱਖਾਂ ਤੋਂ ਵਹਿ ਰਹੀਆਂ ਸਨ। ਉਹ ਉਹਦੇ ਹੰਝੂ ਸਨ। ਰਾਜਕੁਮਾਰ ਦੇ ਹੰਝੂ ਗੱਲਾਂ ਤੋਂ ਹੁੰਦੇ ਹੋਏ ਪੈਰਾਂ ਤੇ ਗਿਰ ਰਹੇ ਸਨ ਅਤੇ ਚੰਨ ਦੀ ਚਾਨਣੀ ਵਿੱਚ ਉਸ ਦੀਆਂ ਉਦਾਸ ਅੱਖਾਂ ਚਮਕ ਰਹੀਆਂ ਸੀ। ਸਵਾਲੋ ਨੂੰ ਉਹਦੇ ਲਈ ਬਹੁਤ ਦੁੱਖ ਹੋਇਆ। ਹੈਲੋ, ਤੁਸੀਂ ਕੌਣ ਹੋ? ਮੈਂ ਹੈਪੀ ਪ੍ਰਿੰਸ ਹਾਂ। ਫਿਰ ਤੁਸੀਂ ਰੋ ਕਿਉਂ ਰਹੇ ਹੋ? ਜਦੋਂ ਮੈਂ ਜੀਂਦਾ ਸੀ ਤੇ ਮੇਰਾ ਦਿਲ ਇੱਕ ਮਨੁੱਖੀ ਦਿਲ ਸੀ, ਮੈਂ ਕਦੇ ਰੋਇਆ ਨਹੀਂ ਕਿਉਂਕਿ ਉਦੋਂ ਮੈਂ ਮਹਿਲ ਵਿੱਚ ਰਹਿੰਦਾ ਸੀ ਤੇ ਸਾਨੂੰ ਉਦਾਸੀ ਕੀ ਹੁੰਦੀ ਹੈ ਪਤਾ ਵੀ ਨਹੀਂ ਸੀ। ਪੂਰਾ ਦਿਨ ਮੈਂ ਬਗੀਚੇ ਵਿੱਚ ਆਪਣੇ ਦੋਸਤਾਂ ਨਾਲ ਖੇਡਦਾ ਸੀ ਤੇ ਰਾਤ ਨੂੰ ਵੱਡੇ ਬਾਲ ਰੂਮ ਵਿੱਚ ਮੈਂ ਡਾਂਸ ਕਰਦਾ ਸੀ। ਬਗੀਚੇ ਦੇ ਚਾਰੇ ਪਾਸੇ ਇੱਕ ਵੱਡੀ ਕੰਧ ਸੀ, ਪਰ ਉਸ ਕੰਧ ਦੇ ਪਿੱਛੇ ਕੀ ਹੈ ਇਹ ਜਾਣਨ ਦੀ ਉਤਸੁਕਤਾ ਕਦੇ ਨਹੀਂ ਹੋਈ। ਮੇਰੇ ਆਲੇ ਦੁਆਲੇ ਕਿੰਨਾ ਸੋਹਣਾ ਸੀ। ਸਾਰੇ ਮੈਨੂੰ ਹੈਪੀ ਪ੍ਰਿੰਸ ਕਹਿੰਦੇ ਸੀ ਤੇ ਮੈਂ ਬਹੁਤ ਖੁਸ਼ ਸੀ। ਪਰ ਜਦੋਂ ਮੇਰਾ ਜੀਵਨ ਸਮਾਪਤ ਹੋਇਆ, ਉਹਨਾਂ ਨੇ ਮੈਨੂੰ ਇਸ ਪਹਾੜੀ ਦੀ ਚੋਟੀ ਤੇ ਲਿਆ ਕੇ ਰੱਖਿਆ ਤੇ ਹੁਣ ਮੈਂ ਆਪਣੇ ਆਲੇ ਦੁਆਲੇ ਸਾਰੀ ਬੁਰਾਈ ਤੇ ਗਰੀਬੀ ਵੇਖ ਸਕਦਾ ਹਾਂ। ਹਾਲਾਂਕਿ ਮੇਰਾ ਦਿਲ ਲਿਡ ਨਾਲ ਬਣਿਆ ਹੈ, ਪਰ ਮੈਂ ਕੁਝ ਨਹੀਂ ਕਰ ਸਕਦਾ ਸਿਵਾਏ ਰੋਣ ਦੇ। ਸਵਾਲੋ ਇਹ ਸੁਣ ਕੇ ਬਹੁਤ ਦੁਖੀ ਹੋਈ। ਇੱਥੋਂ ਥੋੜੀ ਦੂਰ ਇੱਕ ਗਲੀ ਵਿੱਚ ਇੱਕ ਛੋਟਾ ਜਿਹਾ ਘਰ ਹੈ। ਇੱਕ ਬਾਰੀ ਖੋਲੀ ਹੈ ਤੇ ਮੈਨੂੰ ਇੱਕ ਔਰਤ ਸਿਲਾਈ ਮਸ਼ੀਨ ਤੇ ਕੰਮ ਕਰਦੀ ਹੋਈ ਨਜ਼ਰ ਆਉਂਦੀ ਹੈ। ਉਹਦਾ ਚਿਹਰਾ ਕਮਜ਼ੋਰ ਤੇ ਥੱਕਿਆ ਹੋਇਆ ਹੈ। ਬਿਸਤਰ ਦੇ ਕੋਨੇ ਤੇ ਉਸ ਦਾ ਬਿਮਾਰ ਪੁੱਤਰ ਲੇਟਿਆ ਹੋਇਆ ਹੈ। ਉਸ ਨੂੰ ਬੁਖਾਰ ਹੈ ਤੇ ਇਲਾਜ ਦੇ ਲਈ ਪੈਸੇ ਨਹੀਂ ਹੈ। ਪਿਆਰੀ ਸਵਾਲੋ, ਕੀ ਤੂੰ ਮੇਰੀ ਤਲਵਾਰ ਤੋਂ ਰੂਬੀ ਕੱਢ ਕੇ ਉਸ ਨੂੰ ਜਾ ਕੇ ਦੇ ਸਕਦੀ ਹੈ? ਥੋੜਾ ਆਰਾਮ ਕਰਨ ਦੇ ਬਾਅਦ ਮੈਨੂੰ ਗਰਮ ਇਲਾਕੇ ਵੱਲ ਉੱਡਣਾ ਹੋਏਗਾ। ਘੱਟੋ ਘੱਟ ਅੱਜ ਰਾਤ ਇੱਥੇ ਰੁਕ ਜਾ, ਕੱਲ ਤੂੰ ਚਲੀ ਜਾਏ ਜਿੱਥੇ ਤੂੰ ਜਾਣਾ ਹੈ। ਸਵਾਲੋ ਨੂੰ ਪਹਿਲਾਂ ਤੋਂ ਹੀ ਠੰਡ ਲੱਗ ਰਹੀ ਸੀ ਅਤੇ ਉਹਨੂੰ ਆਰਾਮ ਵੀ ਨਹੀਂ ਮਿਲਿਆ ਸੀ। ਉਹ ਕੁਝ ਨਹੀਂ ਕਰ ਪਾ ਰਹੀ ਸੀ ਸਿਵਾਏ ਉਦਾਸ ਪ੍ਰਿੰਸ ਦੀ ਮਦਦ ਦੇ। ਇਸ ਲਈ ਆਪਣੀ ਚੁੰਝ ਦੇ ਸਹਾਰੇ ਉਹਨੇ ਤਲਵਾਰ ਦੀ ਹੈਂਡਲ ਤੋਂ ਰੂਬੀ ਕੱਢਿਆ ਅਤੇ ਅੱਧੀ ਰਾਤ ਨੂੰ ਆਕਾਸ਼ ਵਿੱਚ ਸ਼ਹਿਰ ਵੱਲ ਉੱਡਣ ਲੱਗੀ। ਆਖਰ ਉਹ ਉਸ ਘਰ ਵਿੱਚ ਪਹੁੰਚੀ ਅਤੇ ਉਹਨੇ ਅੰਦਰ ਝਾਂਕ ਕੇ ਵੇਖਿਆ। ਬੱਚਾ ਬੁਖਾਰ ਨਾਲ ਕੰਬ ਰਿਹਾ ਸੀ ਅਤੇ ਮਾਂ ਸੁੱਤੀ ਪਈ ਸੀ। ਉਹ ਅੰਦਰ ਗਈ ਤੇ ਉਸਨੇ ਰੂਬੀ ਮਾਂ ਦੇ ਸਾਹਮਣੇ ਦੀ ਟੇਬਲ ਤੇ ਰੱਖਿਆ। ਫਿਰ ਉਹ ਬੱਚੇ ਦੇ ਉੱਤੇ ਥੋੜੀ ਦੇਰ ਉੱਡੀ, ਆਪਣੀ ਪਰ ਫੜਫੜਾ ਕੇ ਉਸ ਨੂੰ ਥੋੜਾ ਠੰਡਾ ਕੀਤਾ। ਸਵਾਲੋ ਪ੍ਰਿੰਸ ਦੇ ਕੋਲ ਵਾਪਸ ਆ ਗਈ ਅਤੇ ਉਸ ਨੂੰ ਸਭ ਕੁਝ ਦੱਸਿਆ ਜੋ ਉੱਥੇ ਹੋਇਆ ਸੀ। ਜਦੋਂ ਉਹ ਜਾਗ ਜਾਵੇਗੀ, ਉਸ ਨੂੰ ਬੇਸ਼ਕੀਮਤੀ ਰੂਬੀ ਨਜ਼ਰ ਆਵੇਗੀ ਤੇ ਉਸ ਨੂੰ ਵੇਚ ਕੇ ਉਹ ਆਪਣੇ ਪੁੱਤਰ ਦਾ ਇਲਾਜ ਕਰ ਸਕੇਗੀ। ਬਹੁਤ ਬਹੁਤ ਧੰਨਵਾਦ। ਹੁਣ ਤੂੰ ਆਰਾਮ ਨਾਲ ਸੌਂ ਸਕਦੀ ਹੈ ਪਿਆਰੀ ਸਵਾਲੋ। ਹੁਣ ਸਵੇਰ ਹੋ ਗਈ ਸੀ। ਜਦ ਉਹ ਉੱਡਣ ਦੇ ਲਈ ਤਿਆਰ ਸੀ, ਹੈਪੀ ਪ੍ਰਿੰਸ ਨੇ ਸਵਾਲੋ ਨੂੰ ਰੋਕਿਆ। ਹੇ ਸਵਾਲੋ, ਪਿਆਰੀ ਸਵਾਲੋ, ਤੂੰ ਇੱਕ ਰਾਤ ਹੋਰ ਨਹੀਂ ਰੁਕ ਸਕਦੀ?
ਮੈਨੂੰ ਛੇਤੀ ਤੋਂ ਛੇਤੀ ਗਰਮ ਇਲਾਕੇ ਵਿੱਚ ਉੱਡ ਜਾਣਾ ਚਾਹੀਦਾ ਹੈ। ਮੈਂ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਲੱਭਣਾ ਹੈ। ਦੂਰ ਸ਼ਹਿਰ ਦੇ ਉਸ ਪਾਸੇ ਮੈਨੂੰ ਇੱਕ ਜਵਾਨ ਆਦਮੀ ਨਜ਼ਰ ਆ ਰਿਹਾ ਹੈ। ਉਹ ਇੱਕ ਪੇਪਰ ਨਾਲ ਭਰੇ ਟੇਬਲ ਤੇ ਸਾਹਮਣੇ ਬੈਠਾ ਹੈ ਅਤੇ ਪੇਲ ਵਾਇਲਟ ਦੇ ਪੱਤੇ ਨੇ ਉਸਦੇ ਗਲਾਸ ਵਿੱਚ। ਇਹ ਇੱਕ ਜਵਾਨ ਲੇਖਕ ਹੈ ਤੇ ਆਪਣੀ ਨਵੀਂ ਕਿਤਾਬ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਹਦੇ ਕੋਲ ਬਾਲਣ ਲਈ ਨਾ ਕੋਈ ਲੱਕੜੀ ਹੈ ਤੇ ਨਾ ਖਾਣ ਦੇ ਲਈ ਰੋਟੀ ਦਾ ਟੁਕੜਾ। ਤੂੰ ਉਸ ਦੀ ਮਦਦ ਨਹੀਂ ਕਰਨਾ ਚਾਹਵੇਂਗੀ? ਨਰਮ ਦਿਲ ਵਾਲੀ ਸਵਾਲੋ ਨੇ ਇੱਕ ਹੋਰ ਰਾਤ ਉੱਥੇ ਰਹਿਣਾ ਸਵੀਕਾਰ ਕੀਤਾ, ਸਿਰਫ ਉਸ ਜਵਾਨ ਲੇਖਕ ਦੀ ਮਦਦ ਕਰਨ ਦੇ ਲਈ। ਬਦਕਿਸਮਤੀ ਨਾਲ ਮੇਰੇ ਕੋਲ ਹੁਣ ਹੋਰ ਰੂਬੀ ਨਹੀਂ, ਪਰ ਮੇਰੀਆਂ ਅੱਖਾਂ ਵਿੱਚ ਵੀ ਕੀਮਤੀ ਪੰਨਾ ਹੈ। ਉਸ ਵਿੱਚੋਂ ਇੱਕ ਲੈ ਲਓ ਤੇ ਲੇਖਕ ਨੂੰ ਦੇ ਦਿਓ। ਇਹ ਸੁਣ ਕੇ ਸਵਾਲੋ ਨੂੰ ਬਹੁਤ ਦੁੱਖ ਹੋਇਆ। ਪਹਿਲਾਂ ਉਹ ਇਸ ਗੱਲ ਨਾਲ ਸਹਿਮਤ ਨਹੀਂ ਸੀ, ਪਰ ਜਦੋਂ ਪ੍ਰਿੰਸ ਨੇ ਜ਼ੋਰ ਦਿੱਤਾ ਤਾਂ ਉਹ ਮੰਨ ਗਈ। ਉਹਦੇ ਕੋਲ ਕੋਈ ਉਪਾਅ ਨਹੀਂ ਸੀ, ਇਸ ਲਈ ਉਹਨੇ ਆਪਣੀ ਚੁੰਝ ਤੋਂ ਪੰਨਾ ਕੱਢਿਆ ਤੇ ਉਸਨੇ ਪ੍ਰਿੰਸ ਦੇ ਕਹੇ ਹੋਏ ਇਲਾਕੇ ਵੱਲ ਉੱਡਣਾ ਸ਼ੁਰੂ ਕੀਤਾ। ਜਦੋਂ ਉਹ ਉਸ ਲੇਖਕ ਦੇ ਘਰ ਪਹੁੰਚੀ, ਉਹ ਨੌਜਵਾਨ ਆਪਣੇ ਹੱਥਾਂ ਵਿੱਚ ਆਪਣਾ ਚਿਹਰਾ ਲੁਕੋ ਕੇ ਉਦਾਸ ਹੋਇਆ ਟੇਬਲ ਦੇ ਕੋਲ ਬੈਠਿਆ ਸੀ। ਉਹਨੂੰ ਪੰਛੀ ਦੇ ਪਰਾਂ ਦੀ ਆਵਾਜ਼ ਵੀ ਨਹੀਂ ਸੁਣੀ। ਜਦ ਉਸਨੇ ਉੱਤੇ ਵੇਖਿਆ, ਉਸਨੇ ਪੇਲ ਵਾਇਲਟ ਦੇ ਉੱਤੇ ਹਰਾ ਚਮਕਦਾਰ ਪੰਨਾ ਵੇਖਿਆ। ਉਹਨੂੰ ਲੱਗਿਆ ਕਿ ਉਹਦੇ ਚਾਹਣ ਵਾਲਿਆਂ ਵਿੱਚੋਂ ਕਿਸੇ ਨੇ, ਜਿਸ ਨੂੰ ਉਸਦਾ ਲਿਖਿਆ ਕੁਝ ਚੰਗਾ ਲੱਗਿਆ ਹੋਵੇਗਾ, ਉਸੇ ਨੇ ਉਹ ਪੰਨਾ ਉੱਥੇ ਰੱਖਿਆ ਹੋਵੇਗਾ। ਇਸ ਲਈ ਉਹਨੇ ਪੰਨਾ ਚੱਕਿਆ ਤੇ ਖੁਸ਼ੀ ਨਾਲ ਉੱਠ ਗਿਆ। ਮੈਂ ਜਾਣ ਤੋਂ ਪਹਿਲਾਂ ਮਿਲਣ ਆਈ ਹਾਂ। ਪਿਆਰੀ ਸਵਾਲੋ, ਕੀ ਤੂੰ ਸਿਰਫ ਇੱਕ ਹੋਰ ਰਾਤ ਨਹੀਂ ਰੁਕ ਸਕਦੀ? ਹੁਣ ਠੰਡ ਵੱਧ ਰਹੀ ਹੈ, ਕਦੇ ਵੀ ਬਰਫ਼ ਗਿਰਨੀ ਸ਼ੁਰੂ ਹੋ ਜਾਵੇਗੀ। ਮੈਨੂੰ ਸੱਚੀ ਜਾਣਾ ਹੋਵੇਗਾ। ਮੇਰੇ ਪਿਆਰੇ ਪ੍ਰਿੰਸ, ਹੁਣ ਮੈਨੂੰ ਉੱਡਣਾ ਹੋਵੇਗਾ, ਪਰ ਮੈਂ ਤੈਨੂੰ ਕਦੇ ਨਹੀਂ ਭੁੱਲਾਂਗੀ। ਠੀਕ ਹੈ, ਪਰ ਮੇਰੀ ਇੱਕ ਆਖਰੀ ਇੱਛਾ ਹੈ। ਕਿਰਪਾ ਕਰਕੇ ਮੇਰੇ ਲਈ ਕਰ। ਥੱਲੇ ਉਤਰ ਕੇ ਚੌਰਾਹੇ ਤੇ ਇੱਕ ਛੋਟੀ ਕੁੜੀ ਮਾਚਿਸ ਵੇਚ ਰਹੀ ਹੈ, ਪਰ ਉਹਦੇ ਕੋਲੋਂ ਮਾਚਿਸ ਪਾਣੀ ਵਿੱਚ ਡਿੱਗ ਪਈ ਹੈ। ਹੁਣ ਜੇ ਬਿਨਾਂ ਪੈਸਿਆਂ ਦੇ ਘਰ ਗਈ ਤਾਂ ਉਸਦੇ ਪਿਤਾ ਜੀ ਨਾਰਾਜ਼ ਹੋ ਜਾਣਗੇ ਤੇ ਉਹ ਅੱਜ ਭੁੱਖੇ ਰਹਿ ਜਾਣਗੇ। ਉੱਥੇ ਰੋ ਰਹੀ ਹੈ। ਉਸਦੇ ਕੋਲ ਨਾ ਜੁੱਤੀਆਂ ਹੈ, ਜਰਾਬਾਂ ਹੈ, ਨਾ ਸਿਰ ਢੱਕਣ ਦੇ ਲਈ ਕੋਈ ਹੈਟ ਹੈ। ਮੇਰੀ ਦੂਜੀ ਅੱਖ ਕੱਢ ਕੇ ਉਸਨੂੰ ਦੇ ਦੇ ਤਾਂ ਕਿ ਉਹ ਖਾ ਪੀ ਸਕਣ। ਇਹ ਕਹਾਣੀ ਸੁਣ ਕੇ ਸਵਾਲੋ ਨੇ ਇੱਕ ਹੋਰ ਰਾਤ ਰਹਿਣਾ ਸਵੀਕਾਰ ਕੀਤਾ। ਠੀਕ ਹੈ, ਪਰ ਆਖਰੀ ਵਾਰ। ਪਰ ਮੈਂ ਤੁਹਾਡੀਆਂ ਅੱਖਾਂ ਨਹੀਂ ਕੱਢ ਸਕਦੀ, ਫਿਰ ਤੁਸੀਂ ਵੇਖ ਨਹੀਂ ਸਕੋਗੇ। ਆਪਣੇ ਆਲੇ ਦੁਆਲੇ ਅਜਿਹੇ ਭੁੱਖੇ ਅਤੇ ਲਾਚਾਰ ਲੋਕਾਂ ਨੂੰ ਵੇਖ ਕੇ ਮੈਨੂੰ ਜ਼ਿਆਦਾ ਦੁੱਖ ਹੁੰਦਾ ਹੈ। ਇਸੇ ਕਰਕੇ ਜੋ ਮੈਂ ਕਹਿੰਦਾ ਹਾਂ ਉਹ ਕਰ। ਉਹਦੀਆਂ ਅੱਖਾਂ ਕੱਢ ਕੇ ਉਹ ਥੱਲੇ ਵੱਲ ਨੂੰ ਉੱਡ ਗਈ। ਉਹ ਹੌਲੇ ਜਿਹੇ ਬੱਚੀ ਦੇ ਕੋਲ ਗਈ ਤੇ ਪੰਨਾ ਉਹਦੇ ਹੱਥਾਂ ਵਿੱਚ ਡੇਗ ਦਿੱਤਾ। ਬੱਚੀ ਚੀਖੀ, ਓ ਕਿੰਨਾ ਸੋਹਣਾ ਕੱਚ ਦਾ ਟੁਕੜਾ ਹੈ, ਤੇ ਖੁਸ਼ੀ ਨਾਲ ਘਰ ਵੱਲ ਨੂੰ ਭੱਜੀ। ਫਿਰ ਸਵਾਲੋ ਪ੍ਰਿੰਸ ਦੇ ਕੋਲ ਵਾਪਸ ਆਈ। ਮੈਂ ਇੱਥੇ ਤੁਹਾਡੇ ਕੋਲ ਰਹਿ ਕੇ ਤੁਹਾਡੀਆਂ ਅੱਖਾਂ ਬਣਨ ਦਾ ਫੈਸਲਾ ਕੀਤਾ ਹੈ। ਪ੍ਰਿੰਸ ਨੇ ਉਹਨੂੰ ਸ਼ਹਿਰ ਭਰ ਵਿੱਚ ਉੱਡ ਕੇ ਸ਼ਹਿਰ ਵਿੱਚ ਕੀ ਹੋ ਰਿਹਾ ਹੈ ਉਹਨੂੰ ਇਸ ਬਾਰੇ ਜਾਣਕਾਰੀ ਦੇਣ ਨੂੰ ਕਿਹਾ। ਸਵਾਲੋ ਸ਼ਹਿਰ ਵੱਲ ਉੱਡੀ ਤੇ ਉਸਨੇ ਵੇਖਿਆ ਕਿ ਅਮੀਰ ਲੋਕ ਆਪਣੇ ਗਰਮ ਘਰਾਂ ਵਿੱਚ ਆਰਾਮ ਨਾਲ ਬੈਠੇ ਨੇ ਤੇ ਗਰੀਬ ਠੰਡ ਤੋਂ ਬਚਣ ਦੇ ਲਈ ਅੱਗ ਬਾਲਣ ਦੀ ਕੋਸ਼ਿਸ਼ ਕਰ ਰਹੇ ਨੇ। ਜਦ ਉਹ ਹਨੇਰੀ ਗਲੀ ਵਿੱਚ ਗਈ, ਉਹਨੇ ਭੁੱਖੇ ਬੱਚਿਆਂ ਦੇ ਕਮਜ਼ੋਰ ਚਿਹਰੇ ਵੇਖੇ। ਪੁਲ ਦੇ ਥੱਲੇ ਉਹਨੇ ਵੇਖਿਆ ਦੋ ਛੋਟੇ ਬੱਚੇ ਇੱਕ ਦੂਜੇ ਦੀ ਲੱਤਾਂ ਤੇ ਸੋ ਰਹੇ ਸੀ ਅਤੇ ਇੱਕ ਦੂਜੇ ਨੂੰ ਗਰਮੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਫਿਰ ਉਹ ਵਾਪਸ ਆਈ ਤੇ ਪ੍ਰਿੰਸ ਨੂੰ ਸਾਰੀਆਂ ਗੱਲਾਂ ਦੱਸੀਆਂ। ਮੈਂ ਅਸਲੀ ਸੋਨੇ ਨਾਲ ਟਕਿਆ ਹੋਇਆ ਹਾਂ। ਪੂਰਾ ਸੋਨਾ ਖੁਰਚ ਕੇ ਉਤਾਰ ਦਿਓ ਤੇ ਗਰੀਬਾਂ ਨੂੰ ਦੇ ਦਿਓ। ਉਹਨਾਂ ਨੂੰ ਲੱਗਦਾ ਹੈ ਕਿ ਸੋਨਾ ਉਹਨਾਂ ਨੂੰ ਖੁਸ਼ੀ ਦਿੰਦਾ ਹੈ, ਪਰ ਅਸਲ ਵਿੱਚ ਸਿਹਤ ਤੇ ਸਾਮਗਰੀ ਤੁਹਾਨੂੰ ਖੁਸ਼ ਰੱਖਦੀ ਹੈ। ਸਵਾਲੋ ਨੇ ਪ੍ਰਿੰਸ ਦੀ ਮੂਰਤ ਤੋਂ ਸਾਰਾ ਸੋਨਾ ਕੱਢਣਾ ਸ਼ੁਰੂ ਕਰ ਦਿੱਤਾ, ਜਦ ਤੱਕ ਕਿ ਪ੍ਰਿੰਸ ਕਮਜ਼ੋਰ ਤੇ ਦੁਖੀ ਨਹੀਂ ਵਿਖਣ ਲੱਗ ਪਿਆ। ਤੇ ਉਸਨੇ ਸਾਰਾ ਸੋਨਾ ਰਸਤੇ ਤੇ ਜੋ ਗਰੀਬ ਸਨ ਉਹਨਾਂ ਨੂੰ ਦੇ ਦਿੱਤਾ। ਤਦ ਤੱਕ ਬਰਫ਼ ਵੀ ਡਿੱਗਣ ਲੱਗੀ। ਰਸਤੇ ਬਰਫ਼ ਨਾਲ ਭਰ ਗਏ। ਸਵਾਲੋ ਰੋਜ਼ ਪ੍ਰਿੰਸ ਦੇ ਸਰੀਰ ਤੋਂ ਸੋਨਾ ਕੱਢਦੀ ਅਤੇ ਗਰੀਬਾਂ ਦੀ ਮਦਦ ਕਰਦੀ, ਜਦ ਤੱਕ ਕਿ ਉਹਦੇ ਤੇ ਸੋਨਾ ਸੀ। ਛੋਟੀ ਸਵਾਲੋ ਹੁਣ ਠੰਡ ਨਾਲ ਕੰਬਣ ਲੱਗੀ, ਪਰ ਉਹ ਪ੍ਰਿੰਸ ਨੂੰ ਕੱਲਿਆਂ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ। ਉਹ ਉਹਨੂੰ ਬਹੁਤ ਪਿਆਰ ਕਰਦੀ ਸੀ, ਪਰ ਅੰਤ ਵਿੱਚ ਉਹਨੂੰ ਪਤਾ ਸੀ ਕਿ ਉਹ ਮਰਨ ਵਾਲੀ ਹੈ। ਆਖਰੀ ਸਾਹ ਦੇ ਸਹਾਰੇ ਉਹ ਉੱਡ ਕੇ ਪ੍ਰਿੰਸ ਦੇ ਮੋਢਿਆਂ ਤੇ ਜਾ ਬੈਠੀ। ਗੁੱਡ ਬਾਏ ਮੇਰੇ ਪਿਆਰੇ ਪ੍ਰਿੰਸ। ਤਾਂ ਆਖਰ ਤੂੰ ਗਰਮ ਇਲਾਕੇ ਵੱਲ ਉੜਨ ਦਾ ਫੈਸਲਾ ਕਰ ਲਿਆ ਮੇਰੇ ਦੋਸਤ।
ਸਵਾਲੋ ਪ੍ਰਿੰਸ ਨੂੰ ਦੱਸ ਨਹੀਂ ਸਕੀ ਕਿ ਉਹ ਕਿੱਥੇ ਜਾ ਰਹੀ ਹੈ। ਇਸ ਲਈ ਉਹਨੇ ਹੌਲੀ ਜਿਹੀ ਉਹਦੇ ਗੱਲਾਂ ਨੂੰ ਚੁੰਮ ਲਿਆ ਅਤੇ ਉਹਦੇ ਪੈਰਾਂ ਦੇ ਕੋਲ ਜ਼ਮੀਨ ਤੇ ਡਿੱਗ ਪਈ। ਉਸੇ ਵੇਲੇ ਹੈਪੀ ਪ੍ਰਿੰਸ ਮੂਰਤ ਦੇ ਅੰਦਰੋਂ ਜਿਵੇਂ ਟੁੱਟਣ ਦੀ ਆਵਾਜ਼ ਆਈ। ਇਹ ਉਹਦਾ ਲੈਡ ਦਾ ਦਿਲ ਸੀ ਜਿਹਦੇ ਟੁਕੜੇ ਹੋ ਰਹੇ ਸਨ। ਜਦੋਂ ਸਵੇਰ ਹੋਈ, ਸਾਰੇ ਲੋਕ ਮੂਰਤ ਦੇ ਆਲੇ ਦੁਆਲੇ ਇਕੱਠੇ ਹੋਏ ਅਤੇ ਉਹ ਉਹਦੇ ਵੱਲ ਹੈਰਾਨੀ ਨਾਲ ਵੇਖ ਰਹੇ ਸਨ। ਫਿਰ ਸਾਰਿਆਂ ਨੇ ਸਵਾਲੋ ਦੇ ਬੇਜਾਨ ਸਰੀਰ ਨੂੰ ਵੇਖਿਆ ਜੋ ਪ੍ਰਿੰਸ ਦੇ ਪੈਰਾਂ ਵਿੱਚ ਪਿਆ ਹੋਇਆ ਸੀ। ਸਾਰੇ ਬਹੁਤ ਦੁਖੀ ਸਨ। ਉਸੇ ਵੇਲੇ ਉਹਨਾਂ ਨੇ ਭੀੜ ਦੇ ਵਿੱਚੋਂ ਇੱਕ ਆਵਾਜ਼ ਸੁਣੀ। ਇਹ ਉਹੀ ਨੌਜਵਾਨ ਲੇਖਕ ਸੀ। ਹੁਣ ਮੈਨੂੰ ਪਤਾ ਚੱਲਿਆ ਕਿ ਹੈਪੀ ਪ੍ਰਿੰਸ ਦੀ ਇਹ ਹਾਲਤ ਕਿਉਂ ਹੈ। ਉਹਨੇ ਤੇ ਇਸ ਨਿੱਕੀ ਜਿਹੀ ਸਵਾਲੋ ਨੇ ਖੁਦ ਨੂੰ ਸਾਡੀ ਖੁਸ਼ੀ ਦੇ ਵਾਸਤੇ ਕੁਰਬਾਨ ਕਰ ਦਿੱਤਾ। ਇਸ ਲਈ ਖੁਸ਼ ਰਹੋ, ਉਦਾਸ ਨਾ ਹੋਣਾ। ਇਸ ਸ਼ਹਿਰ ਵਿੱਚ ਦੋ ਸਭ ਤੋਂ ਖੂਬਸੂਰਤ ਦਿਲ ਉਹਨਾਂ ਦੇ ਹੀ ਸੀ ਤੇ ਹਮੇਸ਼ਾ ਉਹਨਾਂ ਦੇ ਹੀ ਰਹਿਣਗੇ। ਇੱਕ ਨਵੇਂ ਸਾਲ ਪੂਰਬ ਦੀ ਸ਼ਾਮ ਤੇ ਲੋਕੀ ਇੱਧਰ-ਉੱਧਰ ਘੁੰਮ ਕੇ ਨਵਾਂ ਸਾਲ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਡਰਾਵਨੇ, ਬੁੱਢੇ, ਅਜੀਬ ਵਿਖਣ ਵਾਲੇ ਮਿਸਟਰ ਸਕਰੂਜ ਆਪਣੇ ਆਫਿਸ ਦੀ ਬਾਰੀ ਤੋਂ ਬਾਹਰ ਵੇਖ ਰਹੇ ਸੀ। ਕੀ ਬਕਵਾਸ ਹੈ, ਇੰਨੀ ਠੰਡ ਵਿੱਚ ਲੋਕ ਘੁੰਮ ਰਹੇ ਨੇ। ਮੈਨੂੰ ਨਵੇਂ ਸਾਲ ਤੋਂ ਨਫ਼ਰਤ ਹੈ। ਮਿਸਟਰ ਸਕਰੂਜ ਆਪਣੀ ਮੇਜ਼ ਤੇ ਬਹਿ ਕੇ ਉਹਨਾਂ ਸਾਰੇ ਲੋਕਾਂ ਦੀ ਲਿਸਟ ਚੈੱਕ ਕਰ ਰਹੇ ਸੀ ਜਿਨ੍ਹਾਂ ਤੋਂ ਉਹਨਾਂ ਨੂੰ ਪੈਸੇ ਮਿਲਦੇ ਸੀ। ਝੱਕਦੇ ਹੋਏ ਉਹਨਾਂ ਦਾ ਸਹਾਇਕ ਉੱਥੇ ਆਇਆ ਤੇ ਉਹਨਾਂ ਨੂੰ ਪੁੱਛਿਆ, ਕੀ ਇਹ ਹੋ ਸਕਦਾ ਹੈ ਕਿ ਮੈਂ ਅੱਜ ਛੇਤੀ ਚਲਾ ਜਾਵਾਂ? ਤੁਹਾਨੂੰ ਤਾਂ ਪਤਾ ਹੀ ਕਿ ਨਵਾਂ ਸਾਲ ਆ ਰਿਹਾ ਹੈ ਤੇ ਮੈਂ ਆਪਣੇ ਪੁੱਤਰ ਵਾਸਤੇ ਤੋਹਫਾ ਲੈਣਾ ਹੈ। ਬਿਲਕੁਲ ਨਹੀਂ ਜਾ ਸਕਦੇ। ਉਪਹਾਰ ਲੈਣਾ ਹੈ। ਜਾਓ ਜਾ ਕੇ ਕੰਮ ਕਰੋ। ਤੇ ਅੱਜ ਆਖਰੀ ਦਿਨ ਹੈ ਕਿਉਂ? ਤੁਹਾਨੂੰ ਪਹਿਲੇ ਖਰੀਦ ਲੈਣਾ ਚਾਹੀਦਾ ਸੀ। ਬੜੀ ਉਦਾਸੀ ਦੇ ਨਾਲ ਉਹਨਾਂ ਦਾ ਸਹਾਇਕ ਕੰਮ ਤੇ ਵਾਪਸ ਆ ਗਿਆ। ਉਸੇ ਪਲ ਦਰਵਾਜ਼ਾ ਖੜਕਿਆ। ਉਹਨਾਂ ਦੀ ਤਰ੍ਹਾਂ ਅਜੀਬ ਵਿਖਣ ਵਾਲਾ ਕੁੱਤਾ ਦਰਵਾਜ਼ੇ ਤੇ ਭੌਂਕ ਰਿਹਾ ਸੀ। ਮਿਸਟਰ ਸਕਰੂਜ ਦੇ ਸਹਾਇਕ ਨੇ ਦਰਵਾਜ਼ਾ ਖੋਲ੍ਹਿਆ। ਉਹਨਾਂ ਦੇ ਜਵਾਨ ਭਤੀਜੇ ਉਹਨਾਂ ਨੂੰ ਮਿਲਣ ਆਏ ਸੀ। ਉਹਨਾਂ ਨੇ ਉਹਨਾਂ ਨੂੰ ਨਵੇਂ ਸਾਲ ਦੇ ਡਿਨਰ ਦੇ ਲਈ ਬੁਲਾਵਾ ਦਿੱਤਾ, ਪਰ ਮਿਸਟਰ ਸਕਰੂਜ ਨੂੰ ਨਵਾਂ ਸਾਲ ਮਨਾਉਣਾ ਪਸੰਦ ਨਹੀਂ ਸੀ ਅਤੇ ਉਹਨਾਂ ਨੂੰ ਇਹ ਸਭ ਬਕਵਾਸ ਲੱਗਦਾ ਸੀ। ਇਸ ਲਈ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਉਹਨਾਂ ਨੇ ਮਨਾ ਕਰ ਦਿੱਤਾ। ਉਹਨਾਂ ਦੇ ਭਤੀਜੇ ਦੇ ਚਲੇ ਜਾਣ ਦੇ ਬਾਅਦ ਉਹਨਾਂ ਦਾ ਦਰਵਾਜ਼ਾ ਫਿਰ ਤੋਂ ਖੜਕਿਆ। ਓਹ ਹੁਣ ਕੀ ਹੈ? ਮੈਨੂੰ ਕੱਲਾ ਛੱਡ ਦੇ, ਮੈਨੂੰ ਕੰਮ ਕਰਨਾ ਹੈ। ਇਸ ਵਾਰ ਦੋ ਲੋਕ ਅੰਦਰ ਆਏ ਤੇ ਉਹਨਾਂ ਨੇ ਪੁੱਛਿਆ ਕਿ ਕੀ ਉਹ ਅਨਾਥਾਂ ਨੂੰ ਕੁਝ ਪੈਸੇ ਦਾਨ ਕਰ ਸਕਦੇ ਨੇ। ਮਿਸਟਰ ਸਕਰੂਜ ਨੇ ਉਹਨਾਂ ਨੂੰ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਜਾਓ ਇੱਥੋਂ, ਜਾਓ ਦੂਜੇ ਦਰਵਾਜ਼ੇ ਤੇ ਜਾਓ। ਮੇਰੇ ਕੋਲ ਸੜਕਾਂ ਤੇ ਸੁੱਟਣ ਦੇ ਲਈ ਪੈਸੇ ਨਹੀਂ ਨੇ। ਨਿਰਾਸ਼ ਹੋ ਕੇ ਉਹ ਲੋਕੀ ਵੀ ਚਲੇ ਗਏ। ਸ਼ਾਮ ਨੂੰ ਮਿਸਟਰ ਸਕਰੂਜ ਘਰ ਚਲੇ ਗਏ। ਉਹਨਾਂ ਨੇ ਪਜਾਮਾ ਪਾਇਆ ਤੇ ਸੋਫੇ ਤੇ ਬਹਿ ਗਏ ਤੇ ਉਸੇ ਪਲ ਕੁਝ ਅਜੀਬ ਜਿਹੀਆਂ ਚੀਜ਼ਾਂ ਹੋਣ ਲੱਗੀਆਂ। ਬੂਹੇ ਬਾਰੀਆਂ ਆਪਣੇ ਆਪ ਖੁੱਲਣ ਬੰਦ ਹੋਣ ਲੱਗੇ। ਦਰਵਾਜ਼ੇ ਤੋਂ ਡਰਾਵਨੀ ਆਵਾਜ਼ਾਂ ਆਉਣ ਲੱਗੀਆਂ। ਚਾਰੋਂ ਪਾਸੇ ਅਜੀਬ ਆਵਾਜ਼ਾਂ ਘੁੰਮਣ ਲੱਗੀਆਂ। ਕੁੱਤੇ ਨੇ ਫਿਰ ਤੋਂ ਇੱਕ ਵਾਰ ਭੌਂਕਣਾ ਸ਼ੁਰੂ ਕਰ ਦਿੱਤਾ। ਮਿਸਟਰ ਸਕਰੂਜ ਨੇ ਪਹਿਲਾਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ, ਪਰ ਅਚਾਨਕ ਉਹਨਾਂ ਨੂੰ ਆਪਣੇ ਸਾਹਮਣੇ ਇੱਕ ਭੂਤ ਨਜ਼ਰ ਆਇਆ। ਮਿਸਟਰ ਸਕਰੂਜ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਇੰਨਾ ਨਹੀਂ ਡਰੇ ਸੀ। ਭੂਤ ਉਹਨਾਂ ਦਾ ਇੱਕ ਆਫਿਸ ਦਾ ਦੋਸਤ ਸੀ ਜਿਸ ਦੀ ਹੁਣੇ-ਹੁਣੇ ਮੌਤ ਹੋਈ ਸੀ। ਬੜੀ ਮੁਸ਼ਕਲ ਨਾਲ ਮਿਸਟਰ ਸਕਰੂਜ ਬੋਲੇ, ਤੂੰ? ਪਰ ਇਹ ਕਿਵੇਂ ਹੋ ਸਕਦਾ ਹੈ? ਤੂੰ ਤਾਂ ਮਰ ਚੁੱਕਿਆ ਹੈ। ਚਲ ਜਾ ਇੱਥੋਂ, ਚਲਾ ਜਾ ਇੱਥੋਂ। ਮੈਨੂੰ ਕੱਲਾ ਛੱਡ ਦੇ। ਮੈਂ ਕੁਝ ਨਹੀਂ ਕੀਤਾ। ਭੂਤ ਦੇ ਹੱਥ ਤੇ ਪੈਰ ਹੱਥਕੜੀ ਨਾਲ ਬੰਨੇ ਹੋਏ ਸੀ। ਉਹਨੇ ਮਿਸਟਰ ਸਕਰੂਜ ਨੂੰ ਦੱਸਿਆ ਕਿ ਉਸ ਦੇ ਸਵਾਰਥ ਤੇ ਲਾਲਚ ਦੀ ਵਜ੍ਹਾ ਨਾਲ ਉਹਨੂੰ ਦੰਡ ਮਿਲਿਆ ਤੇ ਉਹਨੂੰ ਹੱਥਕੜੀ ਸਮੇਤ ਹੀ ਪੂਰੀ ਦੁਨੀਆ ਵਿੱਚ ਘੁੰਮਣਾ ਹੈ। ਇਸ ਕਰਕੇ ਉਹਨੇ ਮਿਸਟਰ ਸਕਰੂਜ ਨੂੰ ਚੇਤਾਵਨੀ ਦਿੱਤੀ
ਕਿ ਉਹ ਅਜਿਹੀ ਗਲਤੀ ਨਾ ਕਰਨ। ਤੂੰ ਜਾ ਅਤੇ ਮੈਨੂੰ ਨਸੀਹਤ ਨਾ ਦੇ। ਤੂੰ ਮਰ ਚੁੱਕਿਆ ਹੈ, ਆਪਣੀ ਸਜ਼ਾ ਭੁਗਤ। ਠੀਕ ਹੈ ਤਾਂ ਫੇਰ ਸਿਰਫ ਤੈਨੂੰ ਚੇਤਾਵਨੀ ਦੇਣੀ ਸੀ। ਹੁਣ 3 ਭੂਤ ਤੈਨੂੰ ਮਿਲਣ ਆਣਗੇ। ਉਹਨਾਂ ਵਿੱਚੋਂ ਇੱਕ ਤੇਰਾ ਤੈਨੂੰ ਅਤੀਤ ਵਿਖਾਵੇਗਾ, ਦੂਜਾ ਵਰਤਮਾਨ ਅਤੇ ਆਖਰੀ ਭੂਤ ਤੈਨੂੰ ਤੇਰਾ ਭਵਿੱਖ ਦਾ ਜੀਵਨ ਵਿਖਾਵੇਗਾ। ਮਿਸਟਰ ਸਕਰੂਜ ਨੇ ਇੰਜ ਜਤਾਇਆ ਜਿਵੇਂ ਕੁਝ ਵੀ ਨਾ ਹੋਇਆ ਹੋਵੇ ਤੇ ਉਹ ਬਿਸਤਰ ਤੇ ਸੌਣ ਦੇ ਲਈ ਚਲੇ ਗਏ। ਤਦੇ ਹੀ ਉਹਨਾਂ ਨੂੰ ਇੱਕ ਰੌਸ਼ਨੀ ਨਜ਼ਰ ਆਈ। ਜਿਵੇਂ ਹੀ ਮਿਸਟਰ ਸਕਰੂਜ ਨੇ ਅੱਖਾਂ ਖੋਲ੍ਹੀਆਂ, ਉਹਨਾਂ ਨੂੰ ਇੱਕ ਬੱਚੇ ਦਾ ਭੂਤ ਨਜ਼ਰ ਆਇਆ। ਇਹ ਪਿਛਲੇ ਸਾਲਾਂ ਦੇ ਨਵੇਂ ਸਾਲ ਦਾ ਭੂਤ ਸੀ। ਮਿਸਟਰ ਸਕਰੂਜ ਹੈਰਾਨ ਹੋ ਗਏ। ਹਾਏ, ਹੁਣ ਅਸੀਂ ਅਤੀਤ ਦਾ ਨਿੱਕਾ ਜਿਹਾ ਸਫ਼ਰ ਕਰਾਂਗੇ। ਇਹ ਕੀ ਹੋ ਰਿਹਾ ਹੈ? ਕੋਈ ਮੇਰੀ ਮਦਦ ਕਰੋ। ਭੂਤ ਮਿਸਟਰ ਸਕਰੂਜ ਨੂੰ ਉਹਨਾਂ ਦੇ ਬਚਪਨ ਵਿੱਚ ਲੈ ਗਿਆ ਅਤੇ ਉੱਥੇ ਮਿਸਟਰ ਸਕਰੂਜ ਇੱਕ ਬੱਚੇ ਦੇ ਰੂਪ ਵਿੱਚ ਸੀ। ਸਕੂਲ ਵਿੱਚ ਆਪਣੇ ਦੋਸਤਾਂ ਦੇ ਨਾਲ ਕ੍ਰਿਸਮਸ ਟਰੀ ਸਜਾ ਰਹੇ ਸੀ। ਬੱਚਿਆਂ ਨੂੰ ਬਹੁਤ ਮਜ਼ਾ ਆ ਰਿਹਾ ਸੀ। ਮਿਸਟਰ ਸਕਰੂਜ ਵੀ ਬਹੁਤ ਖੁਸ਼ ਸੀ। ਓਏ ਬਾਅਦ ਵਿੱਚ ਭੂਤ ਉਹਨਾਂ ਨੂੰ ਉਹਨਾਂ ਦੇ ਪਹਿਲੇ ਮਾਲਕ ਦੇ ਘਰ ਲੈ ਗਿਆ ਜਦੋਂ ਉਹ ਜਵਾਨ ਸੀ। ਸਾਰੇ ਆਪਣੇ ਮਾਲਕ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਬਹੁਤ ਚੰਗਾ ਸਮਾਂ ਗੁਜ਼ਾਰ ਰਹੇ ਸੀ। ਮਿਸਟਰ ਸਕਰੂਜ ਦੀ ਘਰਵਾਲੀ ਵੀ ਉੱਥੇ ਹੀ ਸੀ। ਉਹ ਇਕੱਠੇ ਨੱਚ ਰਹੇ ਸੀ, ਖੂਬ ਮਜ਼ੇ ਕਰ ਰਹੇ ਸੀ ਤੇ ਆਖਰ ਵਿੱਚ ਭੂਤ ਉਹਨਾਂ ਨੂੰ ਇੱਕ ਹੋਰ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਲੈ ਗਿਆ ਜੋ ਅਤੀਤ ਵਿੱਚ ਸੀ। ਪਰ ਉਹਨਾਂ ਦਾ ਬਾਅਦ ਦਾ ਅਤੀਤ, ਉਹਨਾਂ ਦੀ ਘਰਵਾਲੀ ਰੋ ਰਹੀ ਸੀ। ਇਸ ਤੋਂ ਪਹਿਲਾਂ ਅਸੀਂ ਕਿੰਨੇ ਮਜ਼ੇ ਕਰਦੇ ਸੀ। ਤੁਸੀਂ ਮੇਰਾ ਕਿੰਨਾ ਖਿਆਲ ਰੱਖਦੇ ਸੀ, ਮੈਨੂੰ ਪਿਆਰ ਕਰਦੇ ਸੀ। ਪਰ ਹੁਣ ਤੁਹਾਨੂੰ ਸਿਰਫ ਪੈਸਿਆਂ ਨਾਲ ਪਿਆਰ ਹੈ। ਮੇਰੀ ਤੁਹਾਡੀ ਜ਼ਿੰਦਗੀ ਵਿੱਚ ਕੋਈ ਜਗ੍ਹਾ ਨਹੀਂ ਹੈ। ਇਹਨੂੰ ਹੋਰ ਜ਼ਿਆਦਾ ਨਾ ਵੇਖ ਸਕਣ ਕਰਕੇ ਮਿਸਟਰ ਸਕਰੂਜ ਨੇ ਭੂਤ ਨੂੰ ਵਾਪਸ ਲਿਜਾਣ ਦੇ ਲਈ ਕਿਹਾ ਤੇ ਅਚਾਨਕ ਉਹ ਘਰ ਵਿੱਚ ਸੀ। ਇਸ ਵਾਰ ਇੱਕ ਵੱਡੇ ਹਰੇ ਰੰਗ ਦਾ ਭੂਤ ਉਹਨਾਂ ਦੇ ਸਾਹਮਣੇ ਪ੍ਰਗਟ ਹੋਇਆ। ਹੁਣ ਮਿਸਟਰ ਸਕਰੂਜ ਹੋਰ ਵੀ ਜ਼ਿਆਦਾ ਘਬਰਾ ਗਏ। ਇਹ ਇਸ ਨਵੇਂ ਸਾਲ ਦਾ ਭੂਤ ਸੀ। ਆਓ ਮੇਰੇ ਨਾਲ ਵੇਖਦੇ ਹਾਂ ਇਸ ਨਵੇਂ ਸਾਲ ਵਿੱਚ ਕੀ ਹੋ ਰਿਹਾ ਹੈ। ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੇ, ਉਹਨਾਂ ਨੇ ਆਪਣੇ ਆਪ ਨੂੰ ਆਪਣੇ ਸਹਾਇਕ ਦੇ ਘਰ ਵਿੱਚ ਵੇਖਿਆ। ਉਹਨਾਂ ਦੇ ਗਰੀਬ ਸਹਾਇਕ ਦੇ ਘਰ ਵਿੱਚ ਇੱਕ ਬਹੁਤ ਹੀ ਸਧਾਰਨ ਡਿਨਰ ਟੇਬਲ ਸੀ। ਮਿਸਟਰ ਸਕਰੂਜ ਨੂੰ ਲੱਗਿਆ ਕਿ ਪਰਿਵਾਰ ਵਿੱਚ ਹਰ ਕੋਈ ਉਹਨਾਂ ਤੋਂ ਨਫ਼ਰਤ ਕਰਦਾ ਹੈ, ਪਰ ਉਹਨਾਂ ਨੇ ਵੇਖਿਆ ਕਿ ਅਜਿਹੀ ਕੋਈ ਗੱਲ ਨਹੀਂ ਹੈ। ਉਹਨਾਂ ਦਾ ਸਹਾਇਕ ਖੜਾ ਹੋਇਆ। ਮੈਨੂੰ ਕੰਮ ਕਰਨ ਦਾ ਮੌਕਾ ਦੇਣ ਅਤੇ ਸਮੇਂ ਤੇ ਤਨਖਾਹ ਦੇਣ ਦੇ ਲਈ ਮੈਂ ਮਿਸਟਰ ਸਕਰੂਜ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ਅੱਜ ਅਸੀਂ ਉਹਨਾਂ ਦੇ ਕਰਕੇ ਹੀ ਖਾਣਾ ਖਾ ਪਾ ਰਹੇ ਹਾਂ। ਭਾਵੇਂ ਮਿਸਟਰ ਸਕਰੂਜ ਆਪਣੇ ਸਹਾਇਕ ਦੇ ਲਈ ਹਰ ਮੌਕੇ ਤੇ ਬੁਰਾ ਵਿਹਾਰ ਕਰਦੇ ਸੀ, ਪਰ ਉਹ ਉਹਨਾਂ ਦਾ ਕਿੰਨਾ ਆਭਾਰੀ ਸੀ, ਇਹ ਵੇਖ ਕੇ ਉਹਨਾਂ ਨੂੰ ਹੈਰਾਨੀ ਹੋਈ। ਬਾਅਦ ਵਿੱਚ ਉਹਨਾਂ ਨੇ ਸਹਾਇਕ ਦੇ ਬਿਮਾਰ ਬੱਚੇ ਨੂੰ ਵੇਖਿਆ। ਬੱਚਾ ਟੇਬਲ ਦੇ ਉੱਪਰੀ ਕੋਨੇ ਤੇ ਆਪਣੀ ਵੀਲ ਚੇਅਰ ਤੇ ਬੈਠਾ ਹੋਇਆ ਸੀ। ਉਹ ਦੁਬਲਾ ਪਤਲਾ ਤੇ ਬਿਮਾਰ ਲੱਗ ਰਿਹਾ ਸੀ। ਮਿਸਟਰ ਸਕਰੂਜ ਨੂੰ ਬੱਚੇ ਦੇ ਲਈ ਬਹੁਤ ਦੁੱਖ ਹੋਇਆ। ਇਹ ਬੱਚਾ ਬਹੁਤ ਬਿਮਾਰ ਹੈ ਅਤੇ ਇਸ ਦੇ ਕੋਲ ਜ਼ਿਆਦਾ ਸਮਾਂ ਨਹੀਂ ਬਚਿਆ। ਇਹ ਸੁਣਨ ਤੋਂ ਬਾਅਦ ਮਿਸਟਰ ਸਕਰੂਜ ਦੀ ਉਦਾਸੀ ਹੋਰ ਵੱਧ ਗਈ। ਇਸ ਦੇ ਬਾਅਦ ਭੂਤ ਉਹਨਾਂ ਨੂੰ ਉਹਨਾਂ ਦੇ ਭਤੀਜੇ ਦੇ ਘਰ ਲੈ ਗਿਆ। ਉਹਦਾ ਪਰਿਵਾਰ ਖਾਣਾ ਖਾਂਦੇ ਟਾਈਮ ਬਹੁਤ ਮਜ਼ੇ ਕਰ ਰਿਹਾ ਸੀ। ਉੱਥੇ ਇੱਕ ਖਾਲੀ ਸੀਟ ਵੀ ਸੀ ਜੋ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ। ਕਾਸ਼ ਅੱਜ ਅੰਕਲ ਵੀ ਸਾਡੇ ਨਾਲ ਹੁੰਦੇ। ਮਿਸਟਰ ਸਕਰੂਜ ਨੂੰ ਇਸ ਗੱਲ ਦੀ ਜ਼ਰਾ ਵੀ ਉਮੀਦ ਨਹੀਂ ਸੀ। ਉਹ ਤਾਂ ਹਮੇਸ਼ਾ ਇਹੀ ਸੋਚਦੇ ਸੀ ਕਿ ਉਹਨਾਂ ਦਾ ਪਰਿਵਾਰ ਉਹਨਾਂ ਤੋਂ ਨਫ਼ਰਤ ਕਰਦਾ ਹੈ। ਉਸੇ ਵੇਲੇ ਭੂਤ ਨੇ ਉਹਨਾਂ ਨੂੰ ਦੱਸਿਆ ਕਿ ਹੁਣ ਉਹਨਾਂ ਦਾ ਮਰਨ ਦਾ ਸਮਾਂ ਆ ਗਿਆ ਤੇ ਉਸਨੇ ਜੈਕਟ ਦੇ ਅੰਦਰ ਦੇ 2 ਬੱਚੇ ਵਿਖਾਏ, ਇੱਕ ਮੁੰਡਾ ਤੇ ਇੱਕ ਕੁੜੀ। ਪਰ ਉਹਨਾਂ ਦੇ ਦੁਬਲੇ ਪਤਲੇ ਸਰੀਰ ਤੇ ਡਰਾਵਨੇ ਚਿਹਰਿਆਂ ਦੇ ਨਾਲ ਉਹ ਬੱਚਿਆਂ ਦੀ ਬਜਾਏ 2 ਪੁਰਾਣੇ ਕੰਕਾਲਾਂ ਵਾਂਗ ਨਜ਼ਰ ਆ ਰਹੇ ਸੀ। ਇਹਨਾਂ ਬੱਚਿਆਂ ਨੂੰ ਧਿਆਨ ਨਾਲ ਵੇਖੋ। ਇਹ ਲਾਲਚੀ ਅਤੇ ਮਾੜੇ ਲੋਕਾਂ ਦੇ ਆਗੂ ਹਨ। ਇਹ ਤੁਹਾਡੇ ਮਰਨ ਦਾ ਵੇਲਾ ਹੈ। ਤੁਸੀਂ ਮੁੰਡੇ ਤੇ ਖਾਸ ਧਿਆਨ ਦਿਓ। ਵੱਡਾ ਹਰਾ ਭੂਤ ਵੀ ਗਾਇਬ ਹੋ ਗਿਆ। ਮਿਸਟਰ ਸਕਰੂਜ ਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਭੂਤ ਉਹਨਾਂ ਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅਚਾਨਕ ਉਹ ਘੜੀ ਦੀ ਆਵਾਜ਼ ਤੋਂ ਚੌਂਕ ਗਏ।
ਅੱਧੀ ਰਾਤ ਦਾ ਸਮਾਂ ਸੀ। ਇਸ ਵਾਰ ਉਹਨਾਂ ਦੇ ਸਾਹਮਣੇ ਇੱਕ ਗਹਿਰਾ ਤੇ ਡਰਾਵਨਾ ਭੂਤ ਨਜ਼ਰ ਆਇਆ। ਇਹ ਉਹਨਾਂ ਦੇ ਭਵਿੱਖ ਦਾ ਭੂਤ ਸੀ। ਉਹ ਮਿਸਟਰ ਸਕਰੂਜ ਨੂੰ ਉਹਨਾਂ ਦੇ ਅੰਤਮ ਸੰਸਕਾਰ ਵਿੱਚ ਲੈ ਕੇ ਆਇਆ ਸੀ। ਲੋਕੀ ਕਬਰਿਸਤਾਨ ਤੇ ਉਹਨਾਂ ਦੀ ਕਬਰ ਤੇ ਇਕੱਠੇ ਹੋਏ ਸੀ। ਮਿਸਟਰ ਸਕਰੂਜ ਚੌਂਕ ਗਏ ਜਦ ਉਹਨਾਂ ਨੇ ਆਪਣਾ ਚਿਹਰਾ ਕਬਰ ਦੇ ਪੱਥਰਾਂ ਵਿੱਚ ਵੇਖਿਆ। ਉਹਨਾਂ ਨੇ ਵੇਖਿਆ ਕਿ ਲੋਕੀ ਉਹਨਾਂ ਦੀਆਂ ਗੱਲਾਂ ਕਰ ਰਹੇ ਸੀ ਤੇ ਉਹਨਾਂ ਨੂੰ ਕਿਵੇਂ ਚੈਨ ਮਿਲਿਆ ਸੀ ਕਿ ਆਖਰਕਾਰ ਉਹ ਚਲੇ ਗਏ। ਉਸ ਪਲ ਮਿਸਟਰ ਸਕਰੂਜ ਨੇ ਮਹਿਸੂਸ ਕੀਤਾ ਕਿ ਸਾਲਾਂ ਤੋਂ ਉਹ ਇੱਕ ਹੋਰ ਵੀ ਬਦਤਰ ਇਨਸਾਨ ਬਣ ਗਏ ਸੀ ਤੇ ਉਹਨਾਂ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਸੀ। ਜਿਨ੍ਹਾਂ ਤੋਂ ਉਹਨਾਂ ਨੇ ਪੈਸੇ ਲੈਣੇ ਸੀ ਉਹ ਉਹਨਾਂ ਦੀ ਮੌਤ ਤੋਂ ਕਿੰਨੇ ਖੁਸ਼ ਸੀ। ਫਿਰ ਉਹਨਾਂ ਦੇ ਸਹਾਇਕ ਦੇ ਬੇਟੇ ਦੀ ਕਬਰ ਨੂੰ ਵੇਖਿਆ। ਉਹਨਾਂ ਦੇ ਉਲਟ ਬੇਟੇ ਦੀ ਕਬਰ ਫੁੱਲਾਂ ਨਾਲ ਸਜੀ ਹੋਈ ਸੀ। ਉਹ ਹੁਣ ਹੋਰ ਨਹੀਂ ਵੇਖ ਪਾ ਰਹੇ ਸੀ, ਸੋ ਉਹਨਾਂ ਨੇ ਭੂਤ ਨੂੰ ਵਾਪਸ ਲਿਜਾਣ ਦੇ ਲਈ ਕਿਹਾ। ਮਿਹਰਬਾਨੀ ਕਰਕੇ ਮੈਨੂੰ ਵਾਪਸ ਲੈ ਚਲੋ। ਹੁਣ ਮੈਂ ਸਮਝ ਗਿਆ। ਮੈਂ ਆਪਣੇ ਜੀਣ ਦਾ ਤਰੀਕਾ ਬਦਲ ਲਵਾਂਗਾ। ਮੈਂ ਉਹ ਸਖਤ ਬੋੜਾ ਅਜੀਬ ਆਦਮੀ ਨਹੀਂ ਲਵਾਂਗਾ। ਤੇਰੇ ਨਾਲ ਵਾਅਦਾ ਕਰਦਾ ਹਾਂ। ਅਚਾਨਕ ਉਹ ਘਰ ਵਿੱਚ ਸੀ। ਖੁਸ਼ਕਿਸਮਤੀ ਨਾਲ ਹਾਲੇ 12 ਨਹੀਂ ਵੱਜੇ ਸੀ। ਉਹਨਾਂ ਦੇ ਕੁੱਤੇ ਨੇ ਭੌਂਕਣਾ ਸ਼ੁਰੂ ਕੀਤਾ। ਮਿਸਟਰ ਸਕਰੂਜ ਨੇ ਵੇਖਿਆ ਕਿ ਹਾਲੇ ਵੀ ਉਹੀ ਦਿਨ ਸੀ। ਹਾਲੇ ਵੀ ਕੁਝ ਚੀਜ਼ਾਂ ਬਦਲਣ ਦਾ ਸਮਾਂ ਉਹਨਾਂ ਦੇ ਕੋਲ ਸੀ। ਬੜੀ ਖੁਸ਼ੀ ਨਾਲ ਉਹ ਸੜਕ ਤੇ ਛਾਲਾਂ ਮਾਰਦੇ ਹੋਏ ਗਏ। ਸਭ ਤੋਂ ਪਹਿਲਾਂ ਉਹ ਕਸਾਈ ਦੇ ਕੋਲ ਗਏ। ਉਹਨਾਂ ਨੇ ਇੱਕ ਵੱਡੀ ਜਿਹੀ ਟਰਕੀ ਖਰੀਦੀ ਤੇ ਉਹਨੂੰ ਆਪਣੇ ਸਹਾਇਕ ਦੇ ਘਰ ਲਿਜਾਣ ਲਈ ਕਿਹਾ। ਫਿਰ ਉਹਨਾਂ ਨੇ ਇੱਕ ਖਿਡੌਣਾ ਖਰੀਦਿਆ ਤੇ ਉਹਨੂੰ ਆਪਣੇ ਸਹਾਇਕ ਦੇ ਘਰ ਲਿਜਾਣ ਲਈ ਕਿਹਾ। ਫਿਰ ਭੱਜ ਕੇ ਉਹ ਆਪਣੇ ਭਰਾ ਦੇ ਘਰ ਪਹੁੰਚੇ। ਉੱਥੇ ਰਾਤ ਦੇ ਖਾਣੇ ਵਿੱਚ ਸ਼ਾਮਲ ਹੋ ਗਏ, ਜਿਸ ਦੇ ਲਈ ਭਤੀਜੇ ਨੇ ਉਹਨਾਂ ਨੂੰ ਸੱਦਾ ਦਿੱਤਾ ਸੀ। ਉਸ ਰਾਤ ਸਾਰਿਆਂ ਨੇ ਮਿਲ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਸਹਾਇਕ ਦੇ ਬੇਟੇ ਦਾ ਜ਼ਰੂਰੀ ਇਲਾਜ ਕਰਾਉਣ ਦਾ ਫੈਸਲਾ ਕੀਤਾ। ਉਹਨਾਂ ਦੇ ਨਾਲ ਉਹਨਾਂ ਨੇ ਆਪਣੇ ਸੱਕੇ ਪੁੱਤਰ ਵਰਗਾ ਵਿਹਾਰ ਕੀਤਾ। ਉਹਨਾਂ ਨੇ ਗਰੀਬਾਂ ਦੀ ਮਦਦ ਕੀਤੀ। ਉਹ ਲੋਕਾਂ ਦੇ ਨਾਲ ਹੁਣ ਬਿਹਤਰ ਵਿਹਾਰ ਕਰ ਰਹੇ ਸੀ। ਸਭ ਦੇ ਨਾਲ ਪਿਆਰ ਨਾਲ ਪੇਸ਼ ਆਏ। ਹੁਣ ਉਹ ਸਵਾਰਥੀ, ਰੁੱਖੇ ਤੇ ਸਖਤ ਨਹੀਂ ਰਹੇ ਸੀ ਤੇ ਨਾ ਹੀ ਹੁਣ ਉਹ ਉਦਾਂ ਦੇ ਕਦੀ ਹੋਣ ਵਾਲੇ ਸੀ।